ਸਤਿ ਸ਼੍ਰੀ ਅਕਾਲ। ਜਸਵੰਤ ਟੋਨੀ ਗਾਉਂਦਾ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੈ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਤੇ। ਜ਼ਿਲ੍ਹਾ ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਖੁਆਸਪੁਰ ਦਾ ਫੌਜੀ ਜਵਾਨ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਰਜੌਰੀ ਬਾਰਡਰ ਦੇ ਪਾਕ ਵੱਲੋਂ ਕੀਤੀ ਗੋਲੀਬਾਰੀ ਨਾਲ ਹੋਇਆ ਸ਼ਹੀਦ। ਜਾਣਕਾਰੀ ਅਨੁਸਾਰ ਸ਼ਹੀਦ ਸੁਖਬੀਰ ਸਿੰਘ ਜੋ ਕਿ 22 ਸਾਲ ਦੀ ਉਮਰ ਵਿੱਚ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਕਰੀਬ 2 ਸਾਲ ਪਹਿਲਾਂ ਹੀ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਅੱਜ ਸਵੇਰੇ ਕਰੀਬ 5:30 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਹੋਣ ਕਰਕੇ ਸ਼ਹੀਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਸੁਖਬੀਰ ਸਿੰਘ ਨਾਲ ਇੱਕ ਹੋਰ ਜਵਾਨ ਸ਼ਹੀਦ ਹੋਇਆ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਕੀ ਗੱਲ ਹੋਈ ਪਾਪਾ ਜੀ? ਹਾਂਜੀ, ਕੀ ਗੱਲਬਾਤ ਹੋਈ? ਮੁੰਡੇ ਨੂੰ ਉੱਥੇ ਬਾਰਡਰ ਦੇ ਉੱਤੇ ਹੀ ਜੰਮੂ ਕਸ਼ਮੀਰ ਉੱਥੇ ਤੜਕੇ 5:30 ਵਜੇ ਫਾਇਰਿੰਗ ਹੋਈ ਆ। ਆਪਸ ਵਿੱਚ ਮੁਕਾਬਲਾ ਆਇਆ, ਉਹਦੇ ਵਿੱਚ ਇਹਨਾਂ ਨੇ ਸ਼ਹੀਦ ਹੋ ਗਏ 2 ਮੁੰਡੇ, ਇੱਕ ਯੂਪੀ ਦਾ ਤੇ ਇੱਕ ਆਪਣਾ ਮੁੰਡਾ ਹੀ ਨਾਲ। 2 ਸਾਲ ਹੋ ਗਏ ਇਹਨੂੰ ਭਰਤੀ ਹੋਈ ਨੂੰ, ਉੱਥੇ ਗਏ ਨੂੰ। ਉੱਥੇ ਇਹਨਾਂ ਨੇ ਸ਼ਹੀਦ ਗੋਲੀ ਲੱਗੀ ਉੱਥੇ। ਮੈਨੂੰ 8:30 ਵਜੇ 8 ਵਜੇ ਮੈਨੂੰ ਫੋਨ ਕੀਤਾ ਅਫਸਰਾਂ ਨੇ ਵੀ ਤੁਹਾਡਾ ਮੁੰਡਾ ਇੱਦਾਂ ਗੱਲ ਬਣ ਗਈ ਹੈ। ਮੈਂ ਤਾਂ ਯਕੀਨ ਨਹੀਂ ਮੰਨਦਾ ਵੀ ਇਹ ਕਿੱਥੇ ਨਹੀਂ ਕਹਿੰਦੇ ਸਹੀ ਗੱਲ ਆ। ਆਹ ਗੱਲ ਹੋਈ ਅੱਜ ਸਵੇਰੇ 5:30 ਵਜੇ ਦੀ ਫਾਇਰਿੰਗ ਚਾਲੂ ਹੋਈ। ਦੱਸਣ ਡਏ ਅਫਸਰਾਂ ਨੇ ਫੋਨ ਕੀਤਾ ਵੀ 5:30 ਵਜੇ ਸਾਡੀ ਫਾਇਰਿੰਗ ਚਾਲੂ ਹੋਈ ਹੈ ਤੇ 8 ਵਜੇ ਉਦੋਂ ਉਹਨਾਂ ਨੇ ਗੋਲੀ ਲੱਗ ਗਈ ਜਦੋਂ ਫਾਇਰਿੰਗ ਚਾਲੂ ਹੋਈ ਹੈ। ਇਹ ਜੰਮੂ ਕਸ਼ਮੀਰ ਬਾਰਡਰ ਤੇ ਹੀ, ਇੱਥੇ ਪਾਕਿਸਤਾਨ ਦੇ ਬਾਰਡਰ ਤੇ ਰਜੌਰੀ ਬਾਰਡਰ ਤੇ ਹੀ ਹੈ। ਅਜੇ ਉਹਨਾਂ ਕਾਰਵਾਈ ਕਰਨ ਡਏ ਅਫਸਰ ਸਾਰੇ ਹੀ। ਉਹਦੇ ਤੁਹਾਨੂੰ ਫੋਨ ਜਦੋਂ ਤੁਰ ਲੱਗੇ ਤੁਹਾਨੂੰ ਫੋਨ ਕਰਕੇ ਦੱਸਾਂਗੇ ਜਦੋਂ ਆਉਣਗੇ। ਅੱਜ ਮੋਹਾਲੀ ਵਿੱਚ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਅਗਵਾਈ ਵਿੱਚ ਰੋਸ ਰੈਲੀ ਕੱਢੀ ਗਈ। ਫੇਜ਼ 7 ਦੀਆਂ ਲਾਈਟਾਂ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਨਾਅਰੇ ਲਗਾ ਰਹੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਈ ਭਲਾ ਨਹੀਂ ਕੀਤਾ ਤੇ ਨਾ ਹੀ ਪੰਜਾਬ ਸਰਕਾਰ ਨੇ ਕੁਝ ਸਵਾਰਿਆ ਹੈ। ਇਸੇ ਕਰਕੇ ਉਹ ਦੁਖੀ ਹੋ ਕੇ ਇਹਨਾਂ ਸਰਕਾਰਾਂ ਦੀਆਂ ਅਰਥੀਆਂ ਫੂਕ ਰਹੇ ਹਨ। ਇਸ ਮੌਕੇ ਬੋਲਦਿਆਂ ਆਗੂ ਸੱਜਣ ਸਿੰਘ ਨੇ ਕਿਹਾ ਕਿ ਸਰਕਾਰਾਂ ਦੇ ਕਾਲੇ ਕਾਨੂੰਨ ਸਿਰਫ ਕਿਸਾਨਾਂ ਹੀ ਲਈ ਨਹੀਂ ਬਲਕਿ ਮਜ਼ਦੂਰਾਂ ਲਈ ਵੀ ਹਨ। ਉਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਹੋਏ ਕਿਹਾ ਕਿ 9 ਦਸੰਬਰ ਨੂੰ ਵੱਡੀ ਰੈਲੀ ਕਰਨ ਜਾ ਰਹੇ ਹਾਂ ਅਤੇ ਉਸ ਦਿਨ ਆਰ ਪਾਰ ਦੀ ਲੜਾਈ ਦਾ ਬਿਗਲ ਵੀ ਵਜਾਇਆ ਜਾਵੇਗਾ। ਉਹਨਾਂ ਨੂੰ ਭਰੋਸਾ ਦਿੰਦੇ ਅਸੀਂ ਤੁਹਾਡੇ ਨਾਲ ਹਾਂ, ਸਾਰੇ ਹੀ ਜਿਹੜੇ ਕਲਾਸ 4 ਆ, ਸਫਾਈ ਕੰਮ ਆ, ਸਭ। ਸੋ ਇਸ ਕਰਕੇ ਅੱਜ ਦਾ ਪ੍ਰਦਰਸ਼ਨ ਇਸ ਗੱਲ ਦਾ ਸੀਗਾ ਕਿ ਪੰਜਾਬ ਸਰਕਾਰ ਦੇ ਖਿਲਾਫ ਉਹਨੇ ਮੋਦੀ ਦੇ ਰੂਲ ਲਾਗੂ ਕਰਨੇ ਸ਼ੁਰੂ ਕਰਤੇ ਪੰਜਾਬ ਦੇ ਵਿੱਚ, ਤੇ ਮੋਦੀ ਦੇ ਖਿਲਾਫ ਆ ਜਿਹੜੇ ਨੇ ਉਹ ਰੂਲ ਮਾੜੇ ਬਣਾਏ ਆ। ਲੇਬਰ ਦੇ ਖਿਲਾਫ ਬਣਾਏ ਆ, ਕਿਸਾਨਾਂ ਦੇ ਖਿਲਾਫ ਬਣਾਏ ਆ। ਜਦੋਂ ਆਜ਼ਾਦੀ ਦੀ ਲੜਾਈ ਸੀਗੀ ਉਦੋਂ ਵੇਲੇ ਵੀ ਮੈਂ ਉਹ ਜੇ ਦੇਖੀ ਹੋਈ ਆ, ਮੈਂ ਆਪਣੀਆਂ ਅੱਖਾਂ ਅੱਗੇ ਦੇਖੀ ਆ ਉਹ ਮੂਵਮੈਂਟ। ਉਸ ਵੇਲੇ ਵੀ ਕਿਸਾਨਾਂ ਦੀ ਮੂਵਮੈਂਟ ਸੀ, ਕਿਸਾਨ ਅੱਗੇ ਲੱਗੇ ਸੀ। ਜਦੋਂ ਆਜ਼ਾਦੀ ਦੀ ਲੜਾਈ ਚੱਲਦੀ ਸੀ ਅੰਗਰੇਜ਼ਾਂ ਦੇ ਵਿਰੁੱਧ, ਕਿਸਾਨਾਂ ਨੇ ਸਾਰੀ ਮੂਵਮੈਂਟ ਨੂੰ ਖੜਾ ਕੀਤਾ ਸੀਗਾ। ਕਿਸਾਨ ਮੂਵਮੈਂਟ ਨੇ ਸਭ ਨੂੰ ਖੜਾ ਕੀਤਾ। ਉਦੋਂ ਵੀ ਕਿਸਾਨਾਂ ਨੂੰ ਸਰਮਾਏਦਾਰ ਕੰਪਨੀਆਂ ਨੇ ਗਲ 'ਤੇ ਫੜ ਲਿਆ ਸੀਗਾ। ਸੋ ਉਹ ਸਾਰੀ ਲੜਾਈ ਫਿਰ ਜਿੱਤੀ ਗਈ ਆ। ਆਜ਼ਾਦੀ ਦੀ ਲੜਾਈ ਵਰਗੀ ਹੀ ਲੜਾਈ ਹੈ ਇਹ ਦੁਬਾਰੇ। ਅੱਜ ਜਦੋਂ ਦਿੱਲੀ ਨੂੰ ਘੇਰਾ ਪਾਇਆ ਜਾ ਰਿਹਾ, ਸਾਰੇ ਹਿੰਦੁਸਤਾਨ ਦੇ ਮਜ਼ਦੂਰ ਉੱਠੇ ਆ, ਸਾਰੇ ਹਿੰਦੁਸਤਾਨ ਦੇ ਮੁਲਾਜ਼ਮ ਉੱਠ ਖੜੇ ਆ, ਸਾਰੇ ਹਿੰਦੁਸਤਾਨ ਦੇ ਕਿਸਾਨ ਉੱਠ ਖੜੇ ਆ ਤੇ ਆਜ਼ਾਦੀ ਦੀ ਲੜਾਈ ਵਰਗੀ ਲੜਾਈ ਸ਼ੁਰੂ ਹੋ ਗਈ ਹੈ। ਉਹਦਾ ਇਹ ਪਾਰਟ ਆ ਤੇ ਪੰਜਾਬ ਸਰਕਾਰ ਨੇ ਰੂਲ ਮੋਦੀ ਦੇ ਲਾਗੂ ਕੀਤੇ, ਉਹਦੇ ਖਿਲਾਫ। ਦੇਸ਼ ਦੇ ਸੰਵਿਧਾਨ ਦਿਵਸ ਮੌਕੇ ਤੇ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਲੱਗੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਐਡਵੋਕੇਟ ਨਿੰਦਰ ਸਿੰਘ ਜੀ ਨੇ ਆਪਣੀ ਟੀਮ ਨਾਲ ਮਿਲ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹਨਾਂ ਸਰਕਾਰਾਂ ਪ੍ਰਤੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਸਰਕਾਰਾਂ ਬੁੱਤ ਤਾਂ ਲਗਾ ਦਿੰਦੀਆਂ ਹਨ ਪਰ ਇਹਨਾਂ ਦੀ ਦੇਖ ਰੇਖ ਨਹੀਂ ਕਰਦੀਆਂ। ਉਹਨਾਂ ਮੰਗ ਕੀਤੀ ਹੈ ਕਿ ਬੁੱਤ ਨੂੰ ਸ਼ੀਸ਼ੇ ਦੇ ਕਵਰ ਨਾਲ ਬੰਦ ਕੀਤਾ ਜਾਵੇ। ਬਾਬਾ ਸਾਹਿਬ ਨੇ ਆਪਣੇ ਸਾਰੇ ਬੱਚੇ ਕੁਰਬਾਨ ਕੀਤੇ ਆ। ਬਾਬਾ ਸਾਹਿਬ ਨੇ ਆਪਣੇ ਬੱਚੇ ਨੂੰ ਕੋਈ ਫੈਕਟਰੀ ਨਹੀਂ ਖੋਲ੍ਹ ਕੇ ਦਿੱਤੀ। ਬਾਬਾ ਸਾਹਿਬ ਨੇ ਕੋਈ ਏਜੰਸੀ ਨਹੀਂ ਲਈ। ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ, ਸਾਡੇ ਦੇਸ਼ ਦੀ ਤਕਦੀਰ ਬਦਲੀ ਆ। ਨਾਰੀ ਨੂੰ ਕੈਦ ਵਿੱਚੋਂ ਕੱਢਿਆ ਹੈ, ਇੱਕ ਬੇਟੀ ਨੂੰ ਕੈਦ ਵਿੱਚੋਂ ਕੱਢਿਆ, ਇੱਕ ਦੇਸ਼ ਦੀ ਨਾਰੀ ਨੂੰ ਕੈਦ ਵਿੱਚੋਂ ਕੱਢਿਆ ਜਿਹੜੀ 4 ਦੀਵਾਰੀ ਵਿੱਚ ਬੰਦ ਸੀ, ਉਹ ਘੁੰਗਟ ਵਿੱਚ ਨਿੰਦੀ ਸੀ। ਉਹੀ ਨਾਰੀ ਅੱਜ ਦੇਸ਼ ਦੀ ਡਾਕਟਰ, ਵਕੀਲ, ਇੰਜੀਨੀਅਰ, ਪ੍ਰੋਫੈਸਰ, ਪਾਇਲਟ ਹੈ, ਅੱਜ ਪ੍ਰਧਾਨ ਮੰਤਰੀ ਹੈ। ਪਰ ਦੁੱਖ ਦੀ ਗੱਲ, ਕੀ ਲੁਧਿਆਣਾ ਦੇ MP ਸਾਹਿਬ ਦਾ ਫਰਜ਼ ਨਹੀਂ ਬਣਦਾ? ਕੀ ਲੁਧਿਆਣਾ ਦੇ MLA ਸਾਹਿਬਾਨ ਦਾ ਫਰਜ਼ ਨਹੀਂ ਬਣਦਾ ਵੀ ਅੱਜ ਅਸੀਂ ਇਹਨੂੰ ਡਿਸਟ੍ਰਿਕਟ ਲੈਵਲ ਤੇ ਬਾਬਾ ਸਾਹਿਬ ਦੇ ਸੰਵਿਧਾਨ ਦਿਵਸ ਨੂੰ ਮਨਾਈਏ? ਹੈ ਤੁਹਾਨੂੰ ਕੁਛ ਹੈ ਕੋਈ ਪਤਾ? ਇਸ ਤੋਂ ਬਾਅਦ ਇੱਥੋਂ ਹੀ ਸਾਨੂੰ ਪਤਾ ਲੱਗਦਾ ਵੀ ਜਾਤੀਵਾਦ ਦਾ ਬੀਜ ਇਹਨਾਂ ਲੋਕਾਂ ਨੇ ਬੀਜਿਆ ਪਿਆ ਹੈ। ਜਾਤੀਵਾਦ ਦਾ ਬੀਜ ਬਾਬਾ ਸਾਹਿਬ ਮਿਟਾ ਕੇ ਗਏ ਆ, ਪਰ ਅੱਜ ਵੀ ਇਹ ਲੋਕ ਜਾਤੀਵਾਦ ਦਾ ਗੁਣ ਗਾ ਰਹੇ ਆ। ਜਾਤੀਵਾਦ ਦੇ ਆਧਾਰ ਤੇ ਹੀ ਸਰਕਾਰਾਂ ਚਲਾ ਰਹੇ ਆ, ਜਾਤੀਵਾਦ ਦੇ ਆਧਾਰ ਤੇ ਹੀ ਅਹੁਦੇ ਦੇ ਰਹੇ ਆ। ਮੈਂ ਚਾਹਾਂਗਾ ਵੀ ਬਾਬਾ ਸਾਹਿਬ ਦਾ ਸਤਿਕਾਰ ਮਾਣ ਕਰਿਆ ਕਰੋ। DC ਸਾਹਿਬ, MLA ਸਾਹਿਬ, MP ਸਾਹਿਬ। ਬਾਬਾ ਸਾਹਿਬ ਬਹੁਤ ਵੱਡੀ ਚੀਜ਼ ਹੈ ਔਰ ਉਹਨਾਂ ਨੇ ਸੰਵਿਧਾਨ ਲਿਖਿਆ ਆ, ਦੇਸ਼ ਦੀ ਤਕਦੀਰ ਬਦਲੀ ਆ। ਤੇ ਇਸ ਕਰਕੇ ਜੋ ਅੱਜ ਸਾਨੂੰ ਦੁੱਖ ਹੋਇਆ ਬਾਬਾ ਸਾਹਿਬ ਦਾ ਸਰੂਪ ਦੇਖ ਕੇ ਹੋਇਆ, ਇਹਦੇ ਲਈ ਮਾਣਯੋਗ DC ਸਾਹਿਬ ਜ਼ਿੰਮੇਵਾਰ ਹੈ ਔਰ ਮਾਣਯੋਗ
MLA MP ਜ਼ਿੰਮੇਵਾਰ ਹੈ। ਜਿਹੜੀ ਵੀ ਬੇਅਦਬੀ ਕਿਤੇ ਵੀ ਰੈਬਰ ਦੀ ਹੁੰਦੀ ਆ, ਇਹਦੇ ਲਈ ਸਰਕਾਰ ਜਿਹੜਾ ਮਾਨਯੋਗ DC ਹੁੰਦਾ, ਜਿਹੜੀ ਦੇਸ਼ ਨੂੰ ਸ਼ਹਿਰ ਨੂੰ ਚਲਾਉਂਦਾ, ਉਹ ਜ਼ਿੰਮੇਵਾਰ ਹੁੰਦਾ। ਇਸ ਕਰਕੇ ਜਿੰਨੀ ਬੇਅਦਬੀ ਹੁੰਦੀਆਂ ਸ਼ਹਿਰ ਦੇ ਵਿੱਚ, ਮਾਨਯੋਗ DC ਸਾਹਿਬ ਨੂੰ ਚਾਹੀਦਾ ਇਹਨਾਂ ਦੀ ਬੇਅਦਬੀ ਨਾ ਹੋਵੇ। ਜਾਂ ਤਾਂ ਸਟੈਚੂ ਲਾਓ ਨਾ, ਜੇ ਲਾਣਾ ਤਾਂ ਉਹਦੀ ਸੰਭਾਲ ਰੱਖੋ। ਜੈ ਭੀਮ, ਜੈ ਭਾਰਤ। ਪੰਜਾਬ ਦੇ ਜੋ ਇਸ ਵੇਲੇ ਹਾਲਾਤ ਹਨ ਉਹ ਸਭ ਨੂੰ ਪਤਾ ਹੈ। ਇੱਕ ਪਾਸੇ ਕਿਸਾਨ ਕੜਕਦੀ ਠੰਡ ਵਿੱਚ ਰੁਲ ਰਹੇ ਹਨ, ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਕਿਸਾਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਇਸ ਸਾਰੇ ਮਾਮਲੇ ਤੇ ਬੋਲਦਿਆਂ SGPC ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਅੰਨਾ ਹਜ਼ਾਰੇ ਨੂੰ ਧਰਨਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਤੇ ਦੇਸ਼ ਦੇ ਕਿਸਾਨਾਂ ਨੂੰ ਕਿਉਂ ਨਹੀਂ। ਜਥੇਦਾਰ ਨੇ ਕਿਹਾ ਕਿ ਇਹ ਲੜਾਈ ਕੇਂਦਰ ਸਰਕਾਰ ਨਾਲ ਹੈ, ਨਾ ਕਿ ਹਰਿਆਣਾ ਸਰਕਾਰ ਦੇ ਨਾਲ। ਇਹ ਕਿਸਾਨਾਂ ਦੀ ਲੜਾਈ ਹੈ ਤੇ ਭਾਰਤ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਇਸ ਲੜਾਈ ਨੂੰ ਪੰਜਾਬ ਬਨਾਮ ਕਿਸਾਨ ਬਣਾਉਣ ਦਾ ਜਿਹੜਾ ਹੈ ਉਹ ਯਤਨ ਕਰਨਗੀਆਂ। ਇਸ ਪੱਖੋਂ ਕਿਸਾਨਾਂ ਨੂੰ ਸਾਵਧਾਨ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ, ਕਿਉਂਕਿ ਪਹਿਲਾਂ ਵੀ ਇਹ ਸਾਰਾ ਕੁਝ ਹੋਇਆ। ਜਦੋਂ ਕਿਸਾਨਾਂ ਨੇ ਪਾਣੀ ਨੂੰ ਲੈ ਕੇ ਜਾਂ ਚੰਡੀਗੜ੍ਹ ਨੂੰ ਲੈ ਕੇ ਮੋਰਚੇ ਲਾਏ ਤੇ ਲੜਾਈ ਨੂੰ ਜਿਹੜਾ ਹੈ ਉਹ ਦਿੱਲੀ ਬਨਾਮ ਸਿੱਖ ਬਣਾਉਣ ਦਾ ਯਤਨ ਜਿਹੜਾ ਉਹ ਕੀਤਾ ਗਿਆ। ਤੇ ਇਸ ਵਾਰ ਵੀ ਜਿਹੜਾ ਇਸ ਤਰ੍ਹਾਂ ਦੇ ਘਿਨਾਉਣੇ ਜਿਹੜੇ ਆ ਛੜਯੰਤਰ ਸਰਕਾਰਾਂ ਜਿਹੜੀਆਂ ਉਹ ਰਚ ਸਕਦੀਆਂ। ਇਸ ਲੜਾਈ ਨੂੰ ਸਿੱਖ ਬਨਾਮ ਦਿੱਲੀ ਵੀ ਬਣਾਇਆ ਜਾ ਸਕਦਾ ਹੈ, ਪੰਜਾਬ ਬਨਾਮ ਦਿੱਲੀ ਵੀ ਬਣਾਇਆ ਜਾ ਸਕਦਾ ਹੈ, ਪਰ ਹਕੀਕਤ ਦੇ ਵਿੱਚ ਇਹ ਲੜਾਈ ਜਿਹੜੀ ਹੈ ਇਹ ਕਿਸਾਨ ਬਨਾਮ BJP ਸਰਕਾਰ ਹੈ। ਔਰ ਕਿਸਾਨ ਚਾਹੇ ਕਿਸੇ ਵੀ ਸਟੇਟ ਦਾ ਹੈ, ਚਾਹੇ ਉਹ ਪੂਰਬੀ ਰਾਜਾਂ ਦਾ ਕਿਸਾਨ ਹੈ, ਚਾਹੇ ਉਹ ਦੱਖਣੀ ਰਾਜਾਂ ਦੇ ਕਿਸਾਨ ਹੈ, ਤੇ ਚਾਹੇ ਉਹ ਉੱਤਰੀ ਭਾਰਤ ਦੇ ਕਿਸਾਨ ਨੇ। ਕਿਸਾਨਾਂ ਦੀ ਲੜਾਈ ਹੈ ਇਹ, ਤੇ ਕਿਸਾਨਾਂ ਦੀ ਲੜਾਈ ਦੇ ਵਿੱਚ ਮਜ਼ਦੂਰ ਵਰਗ, ਹੋਰ ਸਾਰੇ ਵਰਗ ਜਿਹੜੇ ਨੇ ਉਹ ਵੱਧ ਚੜ੍ਹ ਕੇ ਸਹਿਯੋਗ ਦੇ ਰਹੇ ਨੇ, ਦੇਣਾ ਵੀ ਚਾਹੀਦਾ। ਤੇ ਹਰਿਆਣਾ ਸਰਕਾਰ ਖਾਸ ਤੌਰ ਤੇ ਜਿਹੜਾ ਘਟੀਆ ਢੰਗ ਦੇ ਨਾਲ ਇਹਨਾਂ ਕਿਸਾਨਾਂ ਦੇ ਕਾਫਲਿਆਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਹਰਿਆਣਾ ਦੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ। ਇਸੇ ਤਰ੍ਹਾਂ UP ਸਰਕਾਰ ਜਿਹੜੀ ਹੈ ਉਹ UP ਦੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਕਿਸਾਨਾਂ ਨੂੰ ਆਪਣੀ ਆਵਾਜ਼ ਨੂੰ ਸ਼ਾਂਤਮਈ ਢੰਗ ਦੇ ਨਾਲ ਬੁਲੰਦ ਕਰਨ ਦਾ ਅਧਿਕਾਰ ਹੈ, ਤੇ ਇਹ ਜਿਹੜੇ ਮੋਰਚੇ ਨੇ ਇਹ ਸਾਰੇ ਸ਼ਾਂਤਮਈ ਢੰਗ ਦੇ ਨਾਲ ਇਹ ਚਲਾਉਣੇ ਚਾਹੀਦੇ ਨੇ, ਔਰ ਸ਼ਾਂਤਮਈ ਜਿਹੜੇ ਆ ਉਹ ਰਹਿਣੇ ਚਾਹੀਦੇ ਨੇ। ਕਿਸੇ ਕਿਸਮ ਦੀ ਇਹਦੇ ਵਿੱਚ ਜਿਹੜੀ ਹੈ ਉਹ ਵਾਇਲੈਂਸ ਕ੍ਰੀਏਟ ਨਾ ਹੋਵੇ। ਅਕਾਲ ਪੁਰਖ ਅੱਗੇ ਅਰਦਾਸ ਹੈ ਸਾਰਿਆਂ ਨੂੰ ਜਿਹੜਾ ਇਸ ਪੱਖੋਂ ਸਾਨੂੰ ਸੁਚੇਤਤਾ ਬਖਸ਼ੇ। ਬਾਕੀ ਹਰ ਵਰਗ ਜਿਹੜਾ ਹੈ ਇਹਨਾਂ ਕਿਸਾਨਾਂ ਦਾ ਭਰਪੂਰ ਸਾਥ ਦੇਵੇ। ਤੇ ਇਹੋ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ, ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਸਾਰੇ ਕਿਸਾਨਾਂ ਦੇ ਉੱਤੇ, ਚਾਹੇ ਉਹ ਕਿਸੇ ਵੀ ਧਰਮ ਜਾਤ ਗੋਤ ਨਾਲ ਸੰਬੰਧਿਤ ਕਿਸੇ ਵੀ ਸਟੇਟ ਦੇ ਨੇ, ਵਾਹਿਗੁਰੂ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਕਾਰੀ ਜ਼ਬਰ ਤੋਂ ਇਹਨਾਂ ਨੂੰ ਬਚਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਸ਼੍ਰੀ ਸਤਿਆਨਾਰਾਇਣ ਮੰਦਿਰ ਮਟੋਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼੍ਰੀ ਰੁਦਰ ਮਹਾਦੇਵ ਚੈਰੀਟੇਬਲ ਟਰਸਟ ਨੇ ਆਚਾਰੀਆ ਸਵਾਮੀ ਤੂਫਾਨ ਗਿਰੀ ਜੀ ਮਹਾਰਾਜ ਨੂੰ ਸਿਰਪ ਦੇਣ ਦੇ ਬਹਾਨੇ ਧੱਕਾ ਮੁੱਕੀ ਕੀਤੀ ਗਈ। ਮੰਦਿਰ ਚੋਂ ਬਾਹਰ ਕੱਢ ਦਿੱਤਾ ਗਿਆ। ਹੰਗਾਮਾ ਦੇਖ ਕੇ ਆਚਾਰੀਆ ਨੇ 112 ਤੇ ਪੁਲਿਸ ਕੰਟਰੋਲ ਰੂਮ ਤੇ ਫੋਨ ਕੀਤਾ। ਬਾਅਦ ਵਿੱਚ ਪੁਲਿਸ ਨੇ CCTV ਸਾਰੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਆਚਾਰੀਆ ਦੇ ਕਮਰੇ ਨੂੰ ਤਾਲਾ ਲਗਾ ਕੇ ਚਾਬੀ ਆਪਣੇ ਕੋਲ ਰੱਖ ਲਈ ਅਤੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਯਾਨੀ 2-4 ਮਹੀਨੇ ਪਹਿਲਾਂ ਇੱਕ ਟਰਸਟ ਦਾ ਨਿਰਮਾਣ ਹੋਇਆ ਸੀਗਾ, ਸ਼੍ਰੀ ਰੁਦਰ ਮਹਾਦੇਵ ਚੈਰੀਟੇਬਲ ਟਰਸਟ, ਜਿਹਦਾ ਮੈਂ ਇਸ ਟਰਸਟ ਦਾ ਸੰਰਕਸ਼ਕ ਵੀ ਹਾਂ। ਔਰ ਮੇਰੀ ਦੇਖ ਰੇਖ ਵਿੱਚ ਹੀ ਜਿਹੜਾ ਅੰਦਰ ਮਹਾਦੇਵ ਦਾ ਪਾਰਦ ਸ਼ਿਵਲਿੰਗ ਦਾ ਮੰਦਿਰ ਹੈ ਰੁਦਰ ਮਹਾਦੇਵ, ਉਹਦੀ ਪੂਜਾ ਅਰਚਨਾ ਪੰਡਤਾਂ ਦੀ ਦੇਖ ਰੇਖ ਸਾਰਾ ਮੰਦਿਰ ਦਾ ਸਿਸਟਮ ਮੇਰੇ ਹੱਥ 'ਚ ਸੀਗਾ, ਜਿਹਦੇ ਲਈ ਮੇਰੇ ਕੋਲ ਇੱਕ ਕਮਰਾ ਮੈਨੂੰ ਇੱਥੇ ਦਿੱਤਾ ਗਿਆ ਸੀਗਾ, ਜਿਸ 'ਚ ਅਸੀਂ ਸਾਡੀਆਂ ਨੇਮ ਪਲੇਟਾਂ ਲੱਗੀਆਂ ਸੀ ਰੁਦਰ ਮਹਾਦੇਵ ਚੈਰੀਟੇਬਲ ਟਰਸਟ ਕਾਰਿਆਲੇ। ਅੱਜ ਜਿਹੜੀ ਸਤਿਆਨਾਰਾਇਣ ਕਮੇਟੀ ਦੇ ਕੁਛ ਲੋਕ ਪਲੱਸ ਕੁਛ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਇਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ। ਮੇਰੇ ਅੰਦਰ ਧਾਰਮਿਕ ਗ੍ਰੰਥ ਪਏ ਸੀਗੇ, ਉਹਨਾਂ ਦੀ ਬੇਅਦਬੀ ਕੀਤੀ ਗਈ ਹੈ, ਜਿਹਨਾਂ ਮੇਰੀਆਂ ਅੰਤਰਾਤਮਾ ਤੋਂ ਮੇਰੀਆਂ ਜਿਹਨੂੰ ਕਹਿੰਦੇ ਆਹਤ ਹੋਈਆਂ। ਇੰਨੀ ਮੈਨੂੰ ਤਕਲੀਫ ਉਸ ਚੀਜ਼ ਦੀ ਕਿ ਮੇਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕੀਤਾ ਗਿਆ। ਮੇਰੇ ਗੁਰੂ ਮਹਾਰਾਜ ਦੀਆਂ ਫੋਟੋ ਲੱਗੀਆਂ ਸੀ, ਉਹਨਾਂ ਨੂੰ ਬੇਅਦਬੀ ਕੀਤੀ ਗਈ ਆ। ਔਰ ਮੇਰੇ ਨਾਲ ਤਾਂ ਜੋ ਹੋਣਾ ਸੀ ਉਹ ਤੁਹਾਡੇ ਸਾਹਮਣੇ ਆ। ਤੇ ਮੈਨੂੰ ਜ਼ਬਰਦਸਤੀ 5-7 ਬੰਦਿਆਂ ਨੇ ਜਿਹਨੂੰ ਕਹ ਲਓ ਵੀ ਕੁੱਟਦੇ ਮੈਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਗਿਆ ਵੀ ਬਾਬਾ ਤੂੰ ਨਿਕਲ, ਤੈਨੂੰ ਪਿੰਡ ਵਾਲੇ ਪਸੰਦ ਨਹੀਂ ਕਰਦੇ ਇੱਥੇ। ਪਰ ਬਾਬਾ ਜੀ ਉਹਨਾਂ ਦਾ ਕਹਿਣਾ ਵੀ ਸੀ ਕੋਈ ਕੁੱਟਮਾਰ ਨਹੀਂ ਕੀਤੀ, ਸਗੋਂ ਬਾਬਾ ਜੀ ਖੁਦ ਗਏ ਔਰ ਸਰੋਪਾ ਲੈ ਕੇ ਗਏ। ਸਰੋਪਾ ਇਹਨਾਂ ਨੇ ਆ ਕੇ ਪਹਿਲਾਂ ਪਾਇਆ, ਇੱਜ਼ਤ ਮਾਨ ਸਤਿਕਾਰ ਦੇ ਨਾਲ ਸਰੋਪਾ ਪਾਇਆ। ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਲੋਕ ਆ ਰਹੇ ਆ, ਮੈਂ ਸਾਰਾ ਸਮਾਨ ਆਪਣੇ ਆਪ ਚੱਕ ਕੇ ਗੱਡੀ 'ਚ ਬੈਠ ਕੇ ਚੱਲ ਜਾਵਾਂਗਾ, ਤੁਸੀਂ ਚਿੰਤਾ ਨਾ ਕਰੋ, ਮੇਰੇ ਬੰਦਿਆਂ ਨੂੰ ਆਉਣ ਦਿਓ। ਲੇਕਿਨ ਇਹਨਾਂ ਨੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਨਾਲ, ਧੱਕੇ ਮਾਰ ਕੇ ਮੈਨੂੰ ਘਰੋਂ ਉੱਥੋਂ ਕੱਢਿਆ ਗਿਆ ਮੰਦਰ ਦੇ ਵਿੱਚੋਂ, ਕਮਰੇ 'ਚੋਂ। ਇੰਨੀ ਬੇਇਨਸਾਫੀ ਔਰ ਸਾਧੂ ਸੰਤਾਂ ਨਾਲ ਕਿਸ ਮੁੱਦੇ ਨੂੰ ਲੈ ਕੇ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੇ ਪ੍ਰੋਗਰਾਮ ਅਪਣਾ ਰਹੇ ਆ, ਸਾਨੂੰ ਸਮਝ ਨਹੀਂ ਆਉਂਦਾ ਕਿਹਦੀ ਸ਼ਾਇਦ ਉੱਤੇ ਕੰਮ ਚੱਲ ਰਿਹਾ ਹੈ। ਕਿੰਨੇ ਕੁ ਜਣੇ ਸੀਗੇ ਜੀ? ਉਹ ਤਕਰੀਬਨ 20-25 ਲੋਕ ਪਿੰਡ ਦੇ ਸੀਗੇ ਮੰਨ ਕੇ ਚੱਲੋ, ਤੇ ਬਾਕੀ ਜਿਹੜੀ ਪੁਰਾਣੀ ਕਮੇਟੀ ਸੀਗੀ ਇਹਨਾਂ ਦੀ ਜੀ। ਤੇ ਉਰੇ ਪਿਛਲੇ 1995 ਤੋਂ ਕਮੇਟੀ ਰਜਿਸਟਰਡ ਹੈ ਸਨਾਤਨ ਧਰਮ ਵੈਲਫੇਅਰ ਸੁਸਾਇਟੀ, ਜੋ ਇਹਦੀ ਚਾਰ ਦੀਵਾਰੀ ਦਾ ਜੋ ਇਹਦੀ ਕੇਅਰ ਟੇਕ ਕਰ ਰਹੀ ਹੈ ਮੰਦਿਰ ਦੀ। ਇੱਕ ਦਾਨੀ ਸੱਜਣ ਸੀ ਜਿਹਨੇ ਮੰਦਿਰ ਬਣਾ ਰਿਹਾ ਸੀ ਆਪਣੇ, ਕਹਿੰਦਾ 11 ਸਾਲ ਬਾਅਦ ਸੁੱਖ ਹੋਈ, ਜਵਾਕ ਹੋਇਆ ਮੇਰੇ, ਤੇ ਇਹਨਾਂ ਨੇ ਮੰਦਿਰ ਬਣਾਉਣ ਲੱਗੇ ਉਰੇ।
ਤੇ ਜਦੋਂ ਮੰਦਿਰ ਬਣ ਗਿਆ ਹੁਣ ਉਹਨਾਂ ਨੇ ਕੀ ਕੀਤਾ ਜੀ, ਇਸ ਤੇ ਮੰਦਿਰ ਬਣਾਤਾ, ਕਮੇਟੀ ਦੇ ਹੈਂਡਓਵਰ ਕਰਨ ਲੱਗਾ, ਆਪਣਾ ਟਰਸਟ ਬਣਾ ਲਿਆ ਜੀ। ਇਹ ਸਨ ਅੱਜ ਦੀਆਂ ਖਬਰਾਂ। ਕੱਲ ਫਿਰ ਮਿਲਾਂਗੇ ਇਸੀ ਸਮੇਂ ਇਸੀ ਚੈਨਲ ਤੇ। ਤਦ ਤੱਕ ਜਸਵੰਤ ਟੋਨੀ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ।